ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਯੋਰ ਓਨ ਚੈਨਲ ਰਾਈਟ ਔਨ। ਸੋ ਸੈਟ ਥਿਊਰੀ ਦਾ ਲਾਸਟ ਕਲਾਸ ਹੈ ਜਿਸ ਦੇ ਵਿੱਚ ਅੱਜ ਇਹ ਚੈਪਟਰ ਕੰਪਲੀਟ ਹੋ ਜਾਏਗਾ ਐਂਡ ਫਰੋਮ ਮੰਡੇ ਵੀ ਵਿਲ ਕੰਟੀਨਿਊ ਵਿਦ ਦ ਚੈਪਟਰ ਨੰਬਰ 20 ਲਾਈਵ ਕਲਾਸਿਸ ਦੇ ਨਾਲ। ਠੀਕ ਹੈ, ਸੋ ਇਸ ਚੀਜ਼ ਦਾ ਧਿਆਨ ਰੱਖਿਓ ਕਿ ਕਲਾਸਿਸ ਤੁਹਾਡੀਆਂ ਲਾਈਵ ਹੋਣ ਲੱਗੀਆਂ ਨੇ ਮੰਡੇ ਤੋਂ, ਤਾਂ ਜਿੰਨਾ ਤੁਸੀਂ ਵੱਧ ਤੋਂ ਵੱਧ ਜੁੜੋਗੇ ਉਨੀ ਹੀ ਆਪਣੀ ਕੰਟੀਨਿਊਟੀ ਬਣੀ ਰਹੇਗੀ। ਨੈਕਸਟ ਅਗਰ ਆਪਾਂ ਗੱਲ ਕਰੀਏ ਮਾਸਟਰ ਕੈਡਰ ਦੀ, ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਬੇਫਿਕਰ ਹੋ ਕੇ ਇਸ ਚੈਨਲ ਨਾਲ ਜੁੜ ਜਾਓ। ਸਾਰਾ ਕੁਝ ਤੁਹਾਨੂੰ ਇੱਕ ਪਲੇਟਫਾਰਮ ਤੇ ਮਿਲੂਗਾ, ਜਸਟ ਜੁੜੋ ਤੇ ਆਪਣੀ ਤਿਆਰੀ ਸ਼ੁਰੂ ਕਰ ਦਿਓ। ਠੀਕ ਹੈ, ਕਿਤੇ ਵੀ ਤੁਹਾਨੂੰ ਹੋਰ ਜਾਣ ਦੀ ਲੋੜ ਨਹੀਂ, ਕੋਈ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ, ਸਾਰਾ ਕੁਝ ਤੁਹਾਨੂੰ ਇੱਥੇ ਵਿਦਆਊਟ ਐਨੀ ਕੋਸਟ ਅਵੇਲੇਬਲ ਮਿਲੂਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ ਕਿਹੜੇ ਟੌਪਿਕਸ ਆਪਣੇ ਅੱਜ ਰਹਿ ਗਏ ਨੇ ਉਹਨੂੰ ਆਪਾਂ ਕੰਪਲੀਟ ਕਰਦੇ ਹਾਂ ਸੈਟ ਥਿਊਰੀ ਦੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਲੋਜ਼ਰ ਦੀ। ਤਾਂ ਕਲੋਜ਼ਰ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਪਲੀਜ਼ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਮੈਕਸਿਮਮ ਆਪਣੇ ਸਾਥੀਆਂ ਨੂੰ। ਸੋ ਜੇਕਰ ਮੈਂ ਤੁਹਾਨੂੰ ਯਾਦ ਕਰਵਾਵਾਂ, ਪ੍ਰੀਵੀਅਸ ਕਲਾਸ ਦੇ ਵਿੱਚ ਆਪਾਂ ਪੜਿਆ ਸੀ ਕਿ ਲਿਮਿਟ ਪੁਆਇੰਟਸ ਹੁੰਦੇ ਨੇ, ਆਈਸੋਲੇਟਡ ਪੁਆਇੰਟਸ ਹੁੰਦੇ ਨੇ, ਸਾਰਾ ਕੁਝ ਹੁੰਦਾ ਹੈ, ਡਰਾਈਵਡ ਸੈਟ ਹੁੰਦਾ ਹੈ ਹਨਾ। ਤਾਂ ਡਰਾਈਵਡ ਸੈਟ ਕੀ ਹੁੰਦਾ ਹੈ, ਜਿਹਨੂੰ ਆਪਾਂ a ਡੈਸ਼ ਨਾਲ ਰਿਪਰੈਜ਼ੈਂਟ ਕਰਦੇ ਹਾਂ, ਔਰ ਦਿਸ ਇਜ਼ ਅ ਸੈਟ ਆਫ ਦ ਲਿਮਿਟ ਪੁਆਇੰਟਸ। ਜਿੰਨੇ ਵੀ ਲਿਮਿਟ ਪੁਆਇੰਟਸ ਨੇ ਉਹਨਾਂ ਸਭ ਦਾ ਆਪਾਂ ਕੀ ਬਣਾ ਦਿੰਦੇ ਹਾਂ, ਸੈਟ ਬਣਾ ਦਿੰਦੇ ਹਾਂ। ਐਗਰੀ ਕਰਦੇ ਹੋ ਕੀ ਹੁੰਦਾ ਹੈ? ਯਾਦ ਹੈ ਨਾ ਸਾਰਿਆਂ ਦੇ? ਨਹੀਂ ਯਾਦ ਤਾਂ ਫਿਰ ਪ੍ਰੀਵੀਅਸ ਕਲਾਸ ਦੇਖੋ। ਹੁਣ a ਡੈਸ਼ ਮੇਰੇ ਕੋਲ ਕੀ ਹੈ, ਲਿਮਿਟ ਪੁਆਇੰਟਸ ਦਾ ਸੈਟ, ਡਰਾਈਵਡ ਸੈਟ। ਠੀਕ ਹੈ, ਜੇਕਰ ਮੈਂ ਕਹਿੰਨੀ ਆ ਕਿ ਜਿੰਨੇ ਵੀ ਲਿਮਿਟ ਪੁਆਇੰਟਸ ਨੇ ਔਰ ਜਿਹੜਾ ਮੇਰਾ ਸੈਟ ਹੈ ਉਹਨਾਂ ਨੂੰ ਮੈंने ਯੂਨੀਅਨ ਕਰਤਾ, ਜਿੰਨੇ ਵੀ ਮੇਰੇ ਲਿਮਿਟ ਪੁਆਇੰਟਸ ਨੇ ਤੇ ਜਿਹੜਾ ਮੇਰਾ ਸੈਟ ਹੈ ਉਹਨਾਂ ਸਾਰਿਆਂ ਨੂੰ ਮੈंने ਯੂਨੀਅਨ ਕਰਤਾ। ਯੂਨੀਅਨ ਕਰਨ ਤੋਂ ਬਾਅਦ ਜੋ ਮੇਰੇ ਕੋਲ ਬਣਿਆ ਦੈਟ ਇਜ਼ ਨੋਨ ਐਸ ਕਲੋਜ਼ਰ ਆਫ ਅ ਸੈਟ, ਜਿਸ ਨੂੰ ਮੈਂ ਡੈਸ਼ ਦੇ ਨਾਲ ਵੀ ਰਿਪਰੈਜ਼ੈਂਟ ਕਰਦੀ ਹਾਂ। ਸਮਝ ਆਇਆ ਕੀ ਹੁੰਦਾ ਕਲੋਜ਼ਰ ਆਫ ਅ ਸੈਟ? ਜਦੋਂ ਮੈਂ ਸਾਰੇ ਲਿਮਿਟ ਪੁਆਇੰਟਸ ਨੂੰ ਤੇ ਆਪਣੇ ਸੈਟ ਨੂੰ ਕੀ ਕਰ ਦਿੰਨੀ ਆ, ਇਕੱਠਾ ਕਰ ਦਿੰਨੀ ਆ। ਫॉर एग्जांपल मैंने एक अच्छी खासी एग्जांपल ਤੁਹਾਡੇ ਸਾਹਮਣੇ ਲਿਖੀ ਸੀ, ਵਾਰ-ਵਾਰ ਇਹੀ ਯੂਜ਼ ਕਰਦੀ ਆ, ਮਾਈਂਡ ਚੋਂ ਨਹੀਂ ਨਿਕਲਦੀ। 1/3 1/4 ਐਂਡ ਅਪ ਟੂ ਸੋ ਔਨ। ਇਹਦਾ ਲਿਮਿਟ ਪੁਆਇੰਟ ਕੀ ਸੀ? 0, ਜੋ ਕਿਤੇ ਨਾ ਕਿਤੇ ਇਹਦੇ ਵਿੱਚ ਬਿਲੋਂਗ ਨਹੀਂ ਕਰਦਾ। ਅਗਰ ਮੈਂ ਦੋਨਾਂ ਦੀ ਯੂਨੀਅਨ ਕਰਕੇ ਇੱਕ ਸੈੱਟ ਬਣਾ ਦਿੰਨੀ ਆ ਤਾਂ ਉਹ ਜਿਹੜਾ ਮੇਰੇ ਕੋਲ ਸੈੱਟ ਬਣੂਗਾ ਦੈਟ ਇਜ਼ ਕਲੋਜ਼ਰ ਆਫ ਅ ਸੈੱਟ। ਸਮਝ ਆਇਆ? ਕਲੀਅਰ ਹੋਇਆ? ਚਲੋ ਹੁਣ ਇਹ ਕਰਨ ਤੋਂ ਬਾਅਦ ਅਗਲਾ ਟੌਪਿਕ ਆ ਜਾਂਦਾ ਜੀ ਆਪਣਾ ਕਲੋਜ਼ਡ ਸੈੱਟ। ਓਪਨ ਸੈੱਟ ਪੜ ਲਿਆ, ਹਾਂਜੀ। ਕਲੋਜ਼ਡ ਸੈੱਟ ਕੀ ਹੁੰਦਾ ਹੈ ਮੈਮ? ਸਾਨੂੰ ਪਤਾ ਜਿਹੜਾ ਕਲੋਜ਼ ਇੰਟਰਵਲ ਚ ਹੋਵੇ, ਐਗਰੀ ਕਰਦੀ ਆ ਤੁਹਾਨੂੰ ਪਤਾ, ਪਰ ਫਿਰ ਵੀ ਇੱਕ ਵਾਰੀ ਆਪਾਂ ਸਮਝ ਲੈਂਦੇ ਆ। ਕਲੋਜ਼ਡ ਸੈੱਟ ਕੀ ਹੁੰਦਾ ਹੈ? ਉਹ ਸੈੱਟ ਜਦੋਂ ਮੈਂ ਤੁਹਾਨੂੰ ਕਹਾਂ ਕਿ ਮੈंने ਕਿਸੇ ਸੈੱਟ ਦਾ ਕਲੋਜ਼ਰ ਕੱਢਿਆ, ਉਹ ਵਾਪਸ ਮੇਰੇ ਕੋਲ ਉਹੀ ਸੈੱਟ ਦੇ ਇਕੁਅਲ ਆ ਗਿਆ, ਦੈਟ ਇਜ਼ ਕਲੋਜ਼ਡ ਸੈੱਟ। ਹੁਣ ਤੁਸੀਂ ਕਹੋਗੇ ਕਲੋਜ਼ਡ ਇੰਟਰਵਲ ਹੁੰਦਾ ਹਨ, ਤਾਂ ਕਲੋਜ਼ਡ ਇੰਟਰਵਲ ਦੇ ਵਿੱਚ ਵੀ ਤਾਂ ਉਹੀ ਚੀਜ਼ ਹੁੰਦੀ ਹੈ। ਆਪ ਸੋਚ ਕੇ ਦੇਖੋ ਕਲੋਜ਼ਡ ਇੰਟਰਵਲ ਕੀ ਹੁੰਦਾ ਹੈ? a b ਵਿਦ ਦ ਕਲੋਜ਼ਡ ਇੰਟਰਵਲ, ਹਨਾ। ਤੇ ਕਲੋਜ਼ਰ ਕੀ ਹੁੰਦਾ ਹੈ? ਕਲੋਜ਼ਰ ਹੁੰਦਾ ਹੈ ਜਿੰਨੇ ਵੀ ਉਸਦੇ ਲਿਮਿਟ ਪੁਆਇੰਟਸ ਨੇ, ਜਿੰਨੇ ਵੀ ਉਸਦੇ ਲਿਮਿਟ ਪੁਆਇੰਟਸ ਨੇ ਉਹਨਾਂ ਸਭ ਦਾ ਯੂਨੀਅਨ ਕਰ ਦੇਣਾ a ਦੇ ਨਾਲ। ਹੁਣ ਲਿਮਿਟ ਪੁਆਇੰਟ ਕਿੰਨੇ ਨੇ ਮੈਮ? ਲਿਮਿਟ ਪੁਆਇੰਟ ਤਾਂ ਫਿਰ ਇਹਦੇ ਕਲੋਜ਼ ਦੇ ਨਾਲ ਹੀ ਆਣਗੇ। ਤੁਸੀਂ ਦੱਸਿਆ ਸੀ ਵੀ ਇੰਟਰਵਲ ਦਾ ਲਿਮਿਟ ਪੁਆਇੰਟ ਡਿਰਾਈਵਡ ਸੈੱਟ ਕਿਹੜਾ ਹੁੰਦਾ ਹੈ, ਉਹਦੇ ਸਾਰੇ ਦੇ ਸਾਰੇ ਕਲੋਜ਼ਡ ਇੰਟਰਵਲ ਹੀ ਹੁੰਦੇ ਨੇ। ਹੁਣ ਇਹ ਦੋਨੋਂ ਆਪਸ ਦੇ ਵਿੱਚ ਕੀ ਆ ਗਏ? ਇਕੁਅਲ ਆ ਗਏ। ਤਾਂ ਹੁਣ ਮੈਂ ਇੱਥੇ ਕੀ ਕਹੂੰਗੀ ਕਿ ਹਾਂਜੀ ਇਹ ਸੈੱਟ ਮੇਰਾ ਕੀ ਹੈ? ਕਲੋਜ਼ਡ ਸੈੱਟ ਹੈ, ਜੋ ਦੇਖਣ 'ਚ ਵੀ ਪਤਾ ਲੱਗ ਰਿਹਾ ਕਿ ਕਲੋਜ਼ਡ ਹੈ। ਸਮਝ ਆਇਆ ਕਲੋਜ਼ਡ ਸੈੱਟ ਕੀ ਹੁੰਦਾ ਹੈ? ਤਾਂ ਉਹ ਸੈੱਟ ਜਦੋਂ ਉਸਦਾ ਡਰਾਈਵਡ ਸੈੱਟ ਤੇ ਲਿਮਿਟ ਪੁਆਇੰਟਸ ਸੈੱਟ ਨੂੰ ਯੂਨੀਅਨ ਕਰਕੇ ਜਿਹੜਾ ਮੇਰੇ ਕੋਲ ਕਲੋਜ਼ਰ ਸੈੱਟ ਬਣੂਗਾ, ਜਦੋਂ ਇਹ ਸੈੱਟ ਵਾਪਸ ਮੇਰੇ ਕੋਲ a ਦੇ ਇਕੁਅਲ ਆ ਜਾਂਦਾ ਹੈ, that is known as closed set। ਸਿੰਪਲ ਭਾਸ਼ਾ 'ਚ ਮੈਂ ਤੁਹਾਨੂੰ ਦੱਸਾਂ, ਜਿਹਦੇ ਲਿਮਿਟ ਪੁਆਇੰਟ ਉਹਦੇ ਵਿੱਚ ਹੀ ਬਿਲੋਂਗ ਕਰਦੇ ਹੋ, ਸਿੰਪਲ। ਇਸ ਤੋਂ ਬਾਹਰ ਕੁਝ ਕਰਨ ਦੀ ਲੋੜ ਨਹੀਂ। ਜਿਹਦੇ ਲਿਮਿਟ ਪੁਆਇੰਟ ਉਸਦੇ ਵਿੱਚ ਹੀ ਕੰਟੇਨ ਕਰਦੇ ਹੋਣ, ਸੈੱਟ ਜਿਹੜਾ ਕਿ ਆਪਣੇ ਲਿਮਿਟ ਪੁਆਇੰਟਸ ਨੂੰ ਆਪਣੇ ਵਿੱਚ ਹੀ ਕੰਟੇਨ ਕਰਦਾ ਹੋਵੇ, that set is known as closed set। ਠੀਕ ਹੈ, ਕੰਟੇਨ all limit points। ਸਮਝ ਆਇਆ ਕਲੋਜ਼ ਸੈੱਟ ਕੀ ਹੁੰਦਾ ਹੈ? ਐਗਜ਼ਾਮਪਲਸ ਕਲੋਜ਼ ਇੰਟਰਵਲ ਦੀ ਸਭ ਤੋਂ ਵਧੀਆ ਐਗਜ਼ਾਮਪਲ ਹੈ, ਉਮੀਦ ਕਰਦੀ ਹਾਂ ਸਮਝ ਆ ਗਈ ਹੋਊਗੀ। ਹੁਣ ਮੈਂ ਤੁਹਾਨੂੰ ਗੱਲ ਕਰਾਂ, ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਫਿਕਸ ਰੱਖ ਲਓ, 5 ਤੇ ਰੀਅਲ ਨੰਬਰ ਇਹ ਹਮੇਸ਼ਾ ਕਲੋਜ਼ਡ ਸੈੱਟ ਹੁੰਦੇ ਨੇ। ਇਹ ਹਮੇਸ਼ਾ ਕਲੋਜ਼ਡ ਸੈੱਟ ਹੁੰਦੇ ਨੇ। ਇਹ ਦੋਨੋਂ these both are known as closed set। ਮੈਮ ਪਰ ਤੁਸੀਂ ਤਾਂ ਇਹ ਕਿਹਾ ਸੀ ਨਾ ਕਿ 5 ਤੇ ਰੀਅਲ ਨੰਬਰ ਓਪਨ ਸੈੱਟ ਹੁੰਦੇ ਨੇ। ਪ੍ਰੀਵੀਅਸ ਵੀਡੀਓ 'ਚ ਜਦੋਂ ਤੁਸੀਂ ਸਮਝਾਇਆ ਸੀ, ਬਿਲਕੁਲ ਕਿਹਾ ਸੀ ਕਿ ਇਹ ਦੋਨੋਂ ਓਪਨ ਸੈੱਟ ਹੁੰਦੇ ਨੇ। ਹੁਣ ਤੁਸੀਂ ਕਹਿੰਦੇ ਹੋ ਜੇ ਕਲੋਜ਼ਡ ਹੁੰਦੇ ਨੇ, ਇਹ ਬੋਥ ਹੁੰਦੇ ਨੇ। 5 ਤੇ ਰੀਅਲ ਨੰਬਰ ਦਾ ਜਿਹੜਾ ਸੈੱਟ ਹੈ ਇਹ ਓਪਨ ਵੀ ਹੋਏਗਾ ਐਂਡ ਇਹ ਕਲੋਜ਼ ਵੀ ਹੋਏਗਾ। ਤੁਹਾਨੂੰ ਜੇ ਕੁਐਸਚਨ ਆ ਜਾਂਦਾ ਹੈ ਦੱਸੋ ਜੀ 5 ਮੇਰੇ ਕੋਲ ਓਪਨ ਹੈ, ਕਲੋਜ਼ ਹੈ, ਬੋਥ ਹੈ ਜਾਂ ਨਨ ਹੈ, ਤਾਂ ਤੁਹਾਡਾ ਆਨਸਰ ਹੋਊਗਾ ਬੋਥ।
सेम फॉर द रियल नंबर। सो ये दो सैट ਇਹੋ ਜਿਹੇ ਸੈੱਟ ਨੇ ਜਿਹੜੇ ਓਪਨ ਸੈੱਟ ਵੀ ਹੋਣਗੇ ਤੇ ਜਿਹੜੇ ਕਲੋਜ਼ਡ ਸੈੱਟ ਵੀ ਹੋਣਗੇ। ਐਜ਼ ਆਈ ਟੋਲਡ ਯੂ ਕਿ ਕਲੋਜ਼ਡ ਇੰਟਰਵਲ ਕਲੋਜ਼ ਸੈੱਟ ਹੁੰਦਾ ਹੀ ਹੈ, ਤਾਂ ਇਸ ਚੀਜ਼ ਦੇ ਵਿੱਚ ਵੀ ਕੋਈ ਡਾਊਟ ਨਹੀਂ। ਜਿਵੇਂ ਓਪਨ ਇੰਟਰਵਲ ਓਪਨ ਸੈੱਟ ਹੁੰਦਾ, ਉਵੇਂ ਕਲੋਜ਼ਡ ਇੰਟਰਵਲ ਹਾਂ ਸਾਰੇ ਦੇ ਸਾਰੇ ਕੀ ਹੁੰਦੇ ਨੇ, ਕਲੋਜ਼ਡ ਸੈੱਟ ਹੁੰਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਪ੍ਰੀਵੀਅਸ ਐਗਜ਼ਾਮਪਲ ਲੈ ਕੇ ਸਮਝਾ ਵੀ ਦਿੱਤਾ ਹਨਾ। ਤਾਂ ਉਮੀਦ ਕਰਦੀ ਹਾਂ ਕਲੀਅਰ ਹੋਇਆ ਹੋਊਗਾ ਵੀ ਕਲੋਜ਼ਡ ਇੰਟਰਵਲ ਕਲੋਜ਼ ਸੈੱਟ ਕਿਉਂ ਹੁੰਦਾ। ਹੁਣ ਅੱਗੇ ਗੱਲ ਕਰ ਲੈਂਦੇ ਹਾਂ। ਹਾਂਜੀ, ਤੇ ਜਿਹੜਾ ਫਿਨਾਈਟ ਸੈੱਟ ਹੁੰਦਾ, ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਫਿਨਾਈਟ ਸੈੱਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜੇਕਰ ਤੁਸੀਂ ਕਲਾਸਾਂ ਲਗਾਈਆਂ ਕਿ ਜਿਹੜਾ ਡਰਾਈਵ ਸੈੱਟ ਹੋਊਗਾ ਉਹ ਫਾਈ ਹੋਊਗਾ। ਹਾਂਜੀ ਬਿਲਕੁਲ ਫਾਈ ਹੋਊਗਾ। ਤੇ ਜਿਹੜਾ ਕਲੋਜ਼ਰ ਹੈ ਉਹ ਆਪਾਂ ਨੂੰ ਕੀ ਕਹਿੰਦਾ ਹੈ ਕਿ ਡਰਾਈਵਡ ਸੈੱਟ ਦੀ ਯੂਨੀਅਨ ਕਰ ਦੋ A ਨਾਲ। ਠੀਕ ਹੈ ਮੈਮ, ਹੁਣ A ਨਾਲ ਮੰਨ ਲਓ ਮੇਰੇ ਕੋਲ ਫਿਨਾਈਟ ਸੈੱਟ ਕੀ ਦਿੱਤਾ ਹੋਇਆ 1 2 3 ਦਿੱਤਾ ਹੋਇਆ। ਠੀਕ ਹੈ, ਮੈंने ਕਲੋਜ਼ਰ ਕੱਢ ਲਿਆ, ਮੈंने ਫਿਨਾਈਟ ਸੈੱਟ ਦੀ ਯੂਨੀਅਨ ਕਰ ਦਿੱਤੀ A ਨਾਲ ਡਰਾਈਵਡ ਸੈੱਟ ਦੇ ਨਾਲ, ਤਾਂ ਮੇਰੇ ਕੋਲ ਵਾਪਸ ਉਹੀ ਸੈੱਟ ਆ ਗਿਆ। ਮਤਲਬ ਜਦੋਂ ਮੈंने ਕਲੋਜ਼ਰ ਕੱਢਿਆ ਵਾਪਸ ਮੇਰੇ ਕੋਲ A ਦੇ ਇਕੁਅਲ ਆ ਗਿਆ, ਤਾਂ ਹੁਣ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਇਹ ਹੋ ਗਿਆ ਕਿ ਫਿਨਾਈਟ ਸੈੱਟ ਮੇਰੇ ਕੋਲ ਕੀ ਹੈ, ਕਲੋਜ਼ਡ ਸੈੱਟ ਹੈ। ਸਮਝ ਗਏ ਕਿ ਨਹੀਂ ਸਮਝ ਗਏ। ਤਾਂ ਜੇਕਰ ਤੁਹਾਨੂੰ ਮੈਂ ਸਿੱਧਾ ਸਿੱਧਾ ਰੱਟਾ ਲਗਵਾ ਦਾਂ ਕਿ ਯਾਦ ਕਰ ਲਓ ਜੀ ਫਿਨਾਈਟ ਸੈੱਟ ਇਜ਼ ਅ ਕਲੋਜ਼ ਸੈੱਟ, ਤਾਂ ਨਹੀਂ ਸਮਝ ਆਣਾ। ਅਗਰ ਤੁਸੀਂ ਵਿਦ ਦਾ ਹੈਲਪ ਆਫ ਐਗਜ਼ਾਮਪਲ ਕਰੋਗੇ ਤੁਹਾਡੇ ਕਦੇ ਮਾਈਂਡ ਚੋਂ ਨਿਕਲਣਾ ਨਹੀਂ। ਸੋ ਫਿਨਾਈਟ ਸੈੱਟ ਕੀ ਹੁੰਦਾ ਹੈ, ਕਲੋਜ਼ਡ ਸੈੱਟ ਹੁੰਦਾ ਹੈ। ਕਲੀਅਰ ਹੈ, ਠੀਕ ਹੈ, ਕਿਉਂ ਹੁੰਦਾ ਹੈ ਸਮਝ ਆ ਗਿਆ। ਹੁਣ ਫਿਨਾਈਟ ਸੈੱਟ ਵੀ ਕਲੋਜ਼ਡ ਸੈੱਟ ਹੁੰਦੇ ਨੇ ਸਾਰੇ। ਔਰ ਅਗਰ ਆਪਾਂ ਗੱਲ ਕਰੀਏ ਮੈਮ ਫਿਰ ਤਾਂ ਇਹੀ ਸੇਮ ਕਨਸੈਪਟ ਨੈਚੁਰਲ ਨੰਬਰ, ਹੋਲ ਨੰਬਰ ਤੇ ਇੰਟੀਜ਼ਰ ਤੇ ਵੀ ਲੱਗੂਗਾ। ਬਿਲਕੁਲ ਲੱਗੂਗਾ, ਕਿਉਂਕਿ ਤੁਸੀਂ ਦੱਸਿਆ ਸੀ ਪ੍ਰੀਵੀਅਸ ਕਲਾਸ ਦੇ ਵਿੱਚ ਕਿ ਇਹਨਾਂ ਦਾ ਡਰਾਈਵਡ ਸੈੱਟ ਵੀ ਖਾਲੀ ਹੁੰਦਾ, ਕਿਉਂਕਿ ਇਹਨਾਂ ਦੇ ਵਿੱਚ ਕੋਈ ਲਿਮਿਟ ਪੁਆਇੰਟ ਨਹੀਂ ਹੁੰਦਾ। ਅਗਰ ਕੋਈ ਲਿਮਿਟ ਪੁਆਇੰਟ ਨਹੀਂ ਹੈਗਾ ਤਾਂ ਡਰਾਈਵਡ ਸੈੱਟ ਖਾਲੀ ਹੈ। ਔਰ ਜਦੋਂ ਖਾਲੀ ਸੈੱਟ ਦੇ ਨਾਲ ਤੁਸੀਂ ਯੂਨੀਅਨ ਕਰੋਗੇ ਕਿਸੇ ਵੀ ਸੈੱਟ ਦੀ, ਤਾਂ ਉਹਨੇ ਵਾਪਸ A ਆ ਜਾਣਾ ਹੈ। ਔਰ ਜਦੋਂ ਯੂਨੀਅਨ ਕਰਦੇ ਆ ਤਾਂ ਕਲੋਜ਼ਰ ਨਿਕਲਦਾ। ਕਲੋਜ਼ਰ ਤੇ A ਆਪਸ ਵਿੱਚ ਜਦੋਂ ਇਕੁਅਲ ਆ ਗਏ ਤਾਂ ਮਤਲਬ ਮੇਰੇ ਕੋਲ ਉਹ ਸੈੱਟ ਕਿਹੜੇ ਸੈੱਟ ਹੁੰਦੇ ਆ, ਕਲੋਜ਼ਡ ਸੈੱਟ ਹੁੰਦੇ ਆ। ਤਾਂ ਮੈਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਨੈਚੁਰਲ ਨੰਬਰ, ਹੋਲ ਨੰਬਰ ਤੇ ਇੰਟੀਜ਼ਰ ਦਾ ਜਿਹੜਾ ਸੈੱਟ ਹੈ ਉਹ ਵੀ ਫਿਨਾਈਟ ਸੈੱਟ ਦੀ ਤਰ੍ਹਾਂ ਤੇ ਕੀ ਹੋਊਗਾ, ਕਲੋਜ਼ਡ ਸੈੱਟ ਹੀ ਹੋਊਗਾ। ਬਿਲਕੁਲ ਜੀ, ਜੇ ਤੁਸੀਂ ਸਮਝ ਗਏ ਤਾਂ ਪਰਫੈਕਟ ਹੈ, ਡਨ ਹੈ, ਤੁਸੀਂ ਤਿਆਰ। ਠੀਕ ਹੈ, ਤਾਂ ਮਤਲਬ ਇਹ ਮੇਰੇ ਕੋਲ ਕੀ ਹੋ ਗਿਆ, ਕਲੋਜ਼ਡ ਸੈੱਟ ਹੋ ਗਿਆ। ਕਲੀਅਰ ਹੈ, ਸਮਝ ਗਏ ਨਾ ਸਾਰੇ। ਹੁਣ ਚਲੋ ਅੱਗੇ ਵੱਧ ਲੈਂਦੇ ਆ। ਹੁਣ ਗੱਲ ਆ ਜਾਂਦੀ ਹੈ ਜਿਹੜੇ ਵਿੱਚ ਵਿਚਾਲੇ ਜੇ ਰਹਿ ਜਾਂਦੇ ਆ ਇਰੈਸ਼ਨਲ ਨੰਬਰ ਤੇ ਰੈਸ਼ਨਲ ਨੰਬਰ, ਕਿਉਂਕਿ ਮੈਮ ਨੇ ਰੀਅਲ ਨੰਬਰ ਬਾਰੇ ਵੀ ਗੱਲ ਕਰ ਲਈ, ਨੈਚੁਰਲ ਹੋਲ ਤੇ ਇੰਟੀਜ਼ਰ ਬਾਰੇ ਵੀ ਗੱਲ ਕਰ ਲਈ, ਫਾਈ ਬਾਰੇ ਵੀ ਗੱਲ ਕਰ ਲਈ। ਇਹਨਾਂ ਨੇ ਨਾ ਸਾਨੂੰ ਰੈਸ਼ਨਲ ਨੰਬਰ ਓਪਨ ਸੈੱਟ 'ਚ ਦੱਸਿਆ ਸੀ, ਨਾ ਹੀ ਸਾਨੂੰ ਕਲੋਜ਼ ਸੈੱਟ 'ਚ ਦੱਸਿਆ, ਕਿਉਂਕਿ ਜਿਹੜੇ ਇਹ ਦੋ ਸੈੱਟ ਹੁੰਦੇ ਆ ਇਹ ਨਾਈਦਰ ਓਪਨ ਹੁੰਦੇ ਆ ਔਰ ਨਾ ਹੀ ਇਹ ਕੀ ਹੁੰਦੇ ਨੇ, ਕਲੋਜ਼ ਹੁੰਦੇ ਨੇ, ਨੋਰ ਕਲੋਜ਼। ਨਾਈਦਰ ਓਪਨ ਨੋਰ ਕਲੋਜ਼, ਕਿਉਂਕਿ ਇਹ ਨਾ ਹੀ ਓਪਨ ਸੈੱਟ ਦੇ ਵਿੱਚ ਕੰਸੀਡਰ ਹੁੰਦੇ ਨੇ, ਨਾ ਹੀ ਇਹ ਕਲੋਜ਼ ਸੈੱਟ ਦੇ ਵਿੱਚ ਕੰਸੀਡਰ ਹੁੰਦੇ ਨੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਲਿਮਿਟ ਪੁਆਇੰਟਸ ਮੇਰੇ ਕਿਤੇ ਨਾ ਕਿਤੇ ਵਿੱਚ ਕੰਟੇਨ ਕਰਕੇ ਵਾਪਸ ਉਹੀ ਸੈੱਟ ਆ ਜਾਊਗਾ। ਇਟ ਕੈਨ ਔਰ ਇਟ ਕੈਨ ਨਾਟ। ਠੀਕ ਹੈ, ਸੋ ਇਸ ਚੀਜ਼ ਦਾ ਧਿਆਨ ਰੱਖਿਓ। ਇਰੈਸ਼ਨਲ ਤੇ ਰੈਸ਼ਨਲ ਜਿਹੜੇ ਇੱਕ ਦੂਜੇ ਦੇ ਆਪੋਜ਼ਿਟ ਨੇ, ਥੀਸ ਬੋਥ ਆਰ ਨੋਰ ਓਪਨ ਨੋਰ ਕਲੋਜ਼। ਠੀਕ ਹੈ ਜੀ, ਕਲੀਅਰ। ਚਲੋ ਅੱਗੇ ਚੱਲਦੇ ਹਾਂ। ਅਗਲੀ ਚੀਜ਼ਾਂ ਨੂੰ ਥੋੜਾ ਜਿਹਾ ਦੇਖ ਲੈਂਦੇ ਹਾਂ। ਹੁਣ ਥੋੜਾ ਜਿਹਾ ਬੇਸਿਕ ਜੇ ਰਿਜ਼ਲਟ ਕਰ ਲੈਂਦੇ ਆ ਕਿ ਜੇਕਰ ਮੈਂ ਦੋ ਓਪਨ ਸੈੱਟ ਦੀ ਇੰਟਰਸੈਕਸ਼ਨ ਕਰਦੀ ਆ, ਦੁਬਾਰਾ ਬੋਲ ਦੇਣੀ ਆ, ਮੇਰੇ ਕੋਲ ਦੋ ਸੈੱਟ ਨੇ, ਦੋਨੋਂ ਸੈੱਟ ਕੀ ਨੇ, ਓਪਨ ਨੇ, ਜਾਂ ਫਿਰ ਦੋਨੋਂ ਸੈੱਟ ਕੀ ਨੇ, ਕਲੋਜ਼ ਨੇ। ਅਗਰ ਮੈਂ ਦੋਨੋਂ ਓਪਨ ਸੈੱਟ ਦੀ ਇੰਟਰਸੈਕਸ਼ਨ ਕਰਦੀ ਆ ਤਾਂ ਉਹ ਸੈੱਟ ਜਿਹੜਾ ਮੇਰੇ ਕੋਲ ਬਣੂਗਾ ਉਹ ਵੀ ਮੇਰੇ ਕੋਲ ਕੀ ਹੋਊਗਾ, ਓਪਨ ਸੈੱਟ ਹੀ ਹੋਊਗਾ। ਇਨ ਸਿੰਪਲ ਲੈਂਗੁਏਜ ਇੰਟਰਸੈਕਸ਼ਨ ਆਫ ਟੂ ਓਪਨ ਸੈਟਸ ਇਜ਼ ਆਲਸੋ ਅ ਓਪਨ ਸੈੱਟ। ਠੀਕ ਹੈ, ਸਿਮਿਲਰਲੀ ਜੇਕਰ ਮੈਂ ਤੁਹਾਨੂੰ ਕਹਾਂ ਕਿ ਮੈਂ ਤਾਂ ਜੀ ਯੂਨੀਅਨ ਕਰਨੀ ਹੈ, ਮੈਨੂੰ ਨਹੀਂ ਪਤਾ ਯੂਨੀਅਨ ਕਿਹਦੀ ਕਰੋਗੇ, ਫਿਰ ਤੁਸੀਂ ਓਪਨ ਸੈੱਟ ਦੀ ਕਰੋਗੇ। ਹੁਣ ਜੇ ਮੈਂ ਓਪਨ ਸੈੱਟ ਦੀ ਯੂਨੀਅਨ ਵੀ ਕਰਨ ਲੱਗ ਜਾਵਾਂ ਤਾਂ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ, ਤਾਂ ਵੀ ਉਹਨੇ ਕੀ ਆਣਾ, ਓਪਨ ਹੀ ਆਣਾ। ਠੀਕ ਹੈ, ਸੋ ਯੂਨੀਅਨ ਆਫ ਦ ਟੂ ਓਪਨ ਸੈਟ ਇਜ਼ ਆਲਸੋ ਓਪਨ ਸੈਟ। ਇੰਟਰਸੈਕਸ਼ਨ ਕਰੋ, यूनियन करो, डजंट मैटर, ओपन सेट दा रिजल्ट ओपन सेट ही आऊगा। नेक्स्ट वन, नाउ सेम रिजल्ट क्लोज सेट वास्ते हुंदा है कि चाहे तुसी इंटरसेक्शन कर लो, चाहे तुसी यूनियन कर लो। अगर तुसी दो क्लोज सेट दी यूनियन या दो क्लोज सेट दी इंटरसेक्शन करते हो तो जेड़ा रिजल्ट निकल के आऊगा वो भी की होगा, क्लोज्ड सेट ही होगा। दोबारा दस देनी है, इंटरसेक्शन और यूनियन ऑफ टू क्लोज सेट इज आल्सो अ क्लोज सेट। ठीक है, सिंपल। हुण आ जांदा है जी एक सिंपल जा रिजल्ट, ओपन ते क्लोज एक दूजे दे उल्ट हुंदे ने। हाँ जी, कॉम्प्लीमेंट दा मतलब की हुंदा है, किते ना किते ओदा अल्टरनेट करना हुंदा है। हाँ जी, तो मतलब जे मैं ओपन सेट दा कॉम्प्लीमेंट कढदा
ओपन सैट का तो मेरे को की बन जूगा एक क्लोज्ड सैट बन जूगा। सिमिलरली जेकर मैं क्लोज्ड सैट का कॉम्प्लीमेंट फाइंड आउट करन बैठ जानी हाँ तो मेरे को की बन जूगा ओपन सैट बन जूगा। सिंपल क्लियर। ओपन सेट का कॉम्प्लीमेंट की है क्लोज सेट का कॉम्प्लीमेंट की है ओपन सेट। ठीक है क्लियर है। चलो जी इत्थे तक किसी साथी ਨੂੰ कोई डाउट है क्योंकि इस तो बाद सिर्फ दो थ्योरम्स रह गई जो बाय नेम आंदियां ने ਉਹਦੇ ਵਿੱਚ ਕੁਝ ਨਹੀਂ ਕਰਨਾ ਉਹਦੇ ਵਿੱਚ ਤੁਸੀਂ सिर्फ याद करना है कि हाँ जी ये बोल्जेनो थ्योरम है और ये जो भी दी हुई है नेक्स्ट थ्योरम। ठीक है मेरे ख्याल से हेनी-बोरल थ्योरम है तो वो तुसी बाय नेम प्रॉपर्ली क्रैमिंग ही करनी है देयर इज नो डाउट क्योंकि थ्योरम्स ਦੀ डेफिनेशन बाय नेम पई ਹੁੰਦੀ है। ठीक है ਇਸ ਤੋਂ ਇਲਾਵਾ ਸਟਿਲ ਕਿਤੇ ਵੀ ਤੁਹਾਨੂੰ ਕੋਈ ਵੀ ਡਾਊਟ ਹੋਵੇ ਤੁਸੀਂ ਪੁੱਛ ਸਕਦੇ ਹੋ। ਠੀਕ ਹੈ ਜੀ ਇੱਕ ਪ੍ਰੋਪਰ ਇੰਪੋਰਟੈਂਟ ਜੀ ਡੈਫੀਨੇਸ਼ਨ ਹੈ ਕੰਪੈਕਟ ਸੈਟ ਦੀ। ਕੀ ਹੁੰਦਾ ਕੰਪੈਕਟ ਸੈਟ फेमस है पेपर च आई हुई है मैं थानू एवं कहा फेमस है पेपर च आई हुई है तो पेपर च आई हुई सेट की है। लो जी हुण मेरा पेन रुक गया। ओके जस्ट एक मिनट रुको। नेक्स्ट वन इज कंपैक्ट सेट। हाँ जी की हुंदा कंपैक्ट सेट अ सेट जेड़ा की क्लोज्ड होने दे नाल बाउंडेड भी हो। ठीक है रिपीट कर देनी है अ सेट जेड़ा भी क्लोज्ड भी है एंड बाउंडेड भी है। ठीक है अ सेट व्हाट हैपेंस हम ना रुके प्लीज। कंपैक्ट सेट अ set is said to be compact set if and only if it is closed and bounded। सिंपल ये डेफिनेशन ही आंदी हुंदी है अच्छी खासी आई भी हुई है। ठीक है अ सेट विच इज क्लोज्ड एंड बाउंडेड वो मेरे को की हुंदा है कंपैक्ट सेट हुंदा है। ठीक है जी अगे चलिए नेक्स्ट चीज नु डिस्कस करिए। इस तो बाद अपने को आ जाती है थ्योरम तो थ्योरम देख लेने आप। हाँ जी लो जी सब तो पहले थ्योरम विच इज वेरी वेरी इंपोर्टेंट बहुत बारी पेपर च बाय नेम पई हुंदी है बोलजेन हुण इस दे विच अपने कोल सिंपल एक रिजल्ट है वही रिजल्ट आप माइंड दे विच रखना है ते ही याद रखना है कि इस थ्योरम दा नाम की है। ठीक है हाँ जी तो हुण आप अगर गल करिए इस थ्योरम आपां नूं की कहंदी है ये थ्योरम एक सिंपल जी लाइन नाल डिफाइन हो जूगी एवरी इनफिनाइट हुण ध्यान रखना है ये छोटे छोटे जेडे वर्ड ने पहली गल तो इनफिनाइट की गल की गई है सो उत्थे कंफ्यूज करने लिए हो सकता है तुहाडे कोल दो सेम स्टेटमेंट पईयां होण जिहदे विच एक दे विच फिनाइट लिखिया होवे दूजे दे विच इनफिनाइट लिखिया होवे सो आपां नूं इस चीज का ध्यान रखना है। ठीक है सो एवरी इनफिनाइट होने दे नाल नाल बाउंडेड होवे एवरी इनफिनाइट बाउंडेड सेट ऑफ रियल नंबर्स ऑफ रियल नंबर्स हैज अ लिमिट पॉइंट। मतलब जेकर तुहाडा गल की जाए कि बाउंडेड सेट है बाउंडेड सेट इनफिनाइट भी है और बाउंडेड भी है रियल नंबर से नाल मिलके बनिया है सो ये चीज क्लियर है कि उसदे विच लिमिट पॉइंट पक्का हो जेडी की आप एग्जांपल अच्छी खासी लई भी है कि इनफिनाइट भी है और बाउंडेड भी है क्योंकि ये जीरो नु अगे अगे जाके कन्वर्ज करी जाता है तो ਇਹਦੇ ਵਿੱਚ ਇੱਕ लिमिट पॉइंट भी हैगा दैट इज जीरो। सोचने वाली गल ये है भी जेडी चीज बाउंड ही होगी देयर हैज लिमिट पॉइंट तो हो सकता है ना ਉਹਦੇ ਵਿੱਚ ਹੋਊਗਾ 110% हो सकता नहीं होगा। ठीक है जी क्लियर है। नेक्स्ट जी थ्योरम है वो हैगी है हेनी-बोरल थ्योरम।
ਬਸ ਦਿਸ ਇਜ਼ ਆਵਰ ਲਾਸਟ ਟੌਪਿਕ। ਇਸ ਤੋਂ ਬਾਅਦ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ, ਇਹ ਟੌਪਿਕ ਤੁਹਾਡਾ ਕੰਪਲੀਟ ਹੋ ਜਾਂਦਾ ਹੈ। ਹੈਨੀਬੋਰਲ ਥਿਊਰਮ ਕੀ ਹੁੰਦੀ ਹੈ? ਅ ਸੈਟ just wait simple a set R is compact set। ਹੁਣ ਦੇਖੋ ਕੰਪੈਕਟ ਸੈਟ ਦੀ ਡੈਫੀਨੇਸ਼ਨ ਆਪਾਂ ਨੇ ਕੀ ਕੀਤੀ ਸੀ? ਇਫ ਐਂਡ ਓਨਲੀ ਇਫ ਇਟ ਇਜ਼ ਬਾਉਂਡਡ ਐਂਡ ਕਲੋਜ਼ਡ, ਰਾਈਟ? ਤਾਂ ਉਹੀ ਚੀਜ਼ ਇੱਥੇ ਆ ਜਾਂਦੀ ਹੈ, ਕਹਿੰਦੇ ਜਿਹੜਾ R ਸੈਟ ਹੈ ਉਹ ਕੰਪੈਕਟ ਸੈਟ ਹੋਊਗਾ ਇਫ ਐਂਡ ਓਨਲੀ ਇਫ ਇਟ ਇਜ਼ ਬਾਉਂਡਡ ਐਂਡ ਕਲੋਜ਼ਡ। ਹੁਣ ਉਹੀ ਡੈਫੀਨੇਸ਼ਨ ਨੂੰ ਇਹਨਾਂ ਨੇ ਮੋਡੀਫਾਈ ਕਰਤਾ ਤੇ ਇੱਕ ਥਿਊਰਮ ਦਾ ਨਾਮ ਦਿੱਤਾ। ਕੰਪੈਕਟ ਸੈਟ ਦੀ ਜਿਹੜੀ ਡੈਫੀਨੇਸ਼ਨ ਸੀ ਉਸ ਨੂੰ ਇਹਨਾਂ ਨੇ ਲਿਖਤਾ ਕਿ ਕੰਪੈਕਟ ਤਾਂ ਹੀ ਹੋਊਗਾ ਜੋ ਬਾਉਂਡਡ ਤੇ ਕਲੋਜ਼ ਹੈ, ਠੀਕ ਹੈ? ਤਾਂ ਉਸ ਨੂੰ ਆਪਾਂ ਨੇ ਕਿਸ ਥਿਊਰਮ ਦਾ ਨਾਮ ਦਿੱਤਾ? ਹੈਨੀਬੋਰਲ ਥਿਊਰਮ। ਕਲੀਅਰ ਹੈ ਜੀ? ਐਗਰੀ ਕਰਦੇ ਹੋ? ਠੀਕ ਹੈ। ਤਾਂ ਹੁਣ ਇਹ ਜਿਹੜਾ ਆਪਣਾ ਟੌਪਿਕ ਹੈ ਸੈਟ ਥਿਊਰੀ ਉਹ ਖਤਮ ਹੋ ਗਿਆ। ਸੋ ਇਹ ਮੈਂ ਦੁਬਾਰਾ ਦੱਸ ਰਹੀ ਹਾਂ ਕਿ ਜਿਹੜਾ ਨੈਕਸਟ ਟੌਪਿਕ ਹੈ ਉਹ ਆਪਾਂ ਮੰਡੇ ਸ਼ੁਰੂ ਕਰਾਂਗੇ। 7 ਵਜੇ ਤੁਹਾਡੀ ਕਲਾਸ ਲੱਗੂਗੀ, ਲਾਈਵ ਕਲਾਸ ਲੱਗੂਗੀ, ਸੀਕੁਐਂਸ ਐਂਡ ਸੀਰੀਜ਼, ਠੀਕ ਹੈ? ਜੁੜ ਜਿਓ। ਸਿਰਫ ਤੇ ਸਿਰਫ 9 ਚੈਪਟਰ ਰਹਿ ਗਏ, ਫਟਾਫਟ ਉਹਨੂੰ ਕੰਪਲੀਟ ਕਰਦੇ ਆ ਤੇ ਫਿਰ ਐਮਸੀਕਿਊਜ਼ ਕਰਨੀ ਹੁੰਦੀ ਆ, ਠੀਕ ਹੈ ਜੀ? ਚਲੋ ਠੀਕ ਹੈ, ਧੰਨਵਾਦ ਤੁਹਾਡਾ ਸਭ ਦਾ। ਟੇਕ ਕੇਅਰ।